हेलो स्टूडेंट्स, ਅੱਜ ਆਪਾਂ ਇੱਕ क्यू कार्ड ਕਰਾਂਗੇ। डिस्क्राइब एन आइटम ऑन विच यू स्पेंट मोर दैन एक्सपैक्टेड। सो एक आइटम बारे डिस्क्राइब करना ਅਸੀਂ ਜਿਹਦੇ ਵਿੱਚ ਜਾਂ ਜਿਹਦੇ ਉੱਤੇ ਅਸੀਂ ਆਪਣੀ ਐਕਸਪੈਕਟੇਸ਼ਨ ਨਾਲੋਂ ਜਾਂ ਜਿੰਨਾ ਅਸੀਂ ਪੇ ਕਰਨਾ ਚਾਹੁੰਦੇ ਸੀ ਉਹ ਨਾਲੋਂ ਜ਼ਿਆਦਾ ਪੇ ਕੀਤਾ। ਵਾਟ ਇਟ ਵਾਸ, ਇਹ ਕੀ ਸੀਗੀ। ਹਾਊ ਮਚ ਡਿਡ ਯੂ ਸਪੈਂਡ ਔਨ ਇਟ, ਤੁਸੀਂ ਇਹ 'ਤੇ ਕਿੰਨਾ ਖਰਚਾ ਕੀਤਾ। ਵਾਈ ਯੂ ਬੌਟ ਇਟ, ਤੁਸੀਂ ਉਹਨੂੰ ਕਿਉਂ ਖਰੀਦਿਆ। ਐਂਡ ਐਕਸਪਲੇਨ ਵਾਈ ਯੂ ਸਪੈਂਟ ਮੋਰ ਦੈਨ ਯੂ ਐਕਸਪੈਕਟਡ, ਅਤੇ ਤੁਸੀਂ ਆਪਣੀ ਐਕਸਪੈਕਟੇਸ਼ਨ ਨਾਲੋਂ ਜ਼ਿਆਦਾ ਉੱਤੇ ਖਰਚਾ ਕਿਉਂ ਕੀਤਾ, ਉਹਦਾ ਰੀਜ਼ਨ। ਸੋ ਆਪਾਂ ਸਟਾਰਟ ਕਰਦੇ ਹਾਂ ਕਿਊ ਕਾਰਡ। Lately, my nephew accidentally broke my old laptop, so I had to buy a new one. I tried to get it fixed first. I went to the authorized service center and asked them to check if they could make it work again. They replied that its motherboard had become faulty and its replacement was no longer available. So I had no option but to buy a new laptop. It cost me 70,000 rupees. Although a laptop with similar specification would have cost me about 35,000 rupees, I paid double the price. Actually, there is high demand of laptop post-corona pandemic. Because of that, there was a sudden surge in the price. Earlier, only the college students were using the computer for studies. But after lockdown, every school-going children started using them. Postponing the purchase was impossible for me, as I knew the prices would not come down for at least next 2 years. I am pursuing my bachelor's in computer science and I use my laptop a lot. So I am so much dependent on it that I can't even think of myself without a laptop. I know for most people it's their mobile which they are addicted to. But in my case, it's my laptop. In addition to using laptop for my college work, I love graphic designing. It's my hobby. I spend almost all my leisure time creating beautiful and inspiring graphics on my laptop. They make me feel creative and alive. Although I don't like spending more than the actual price for the product, in this case, as you can see now, I was helpless. So I had to pay more than the expected price. So इस आंसर ਨੂੰ मैं एक बार एक्सप्लेन करदा है, ਇਹਦਾ ਕੀ ਮਤਲਬ ਹੈ। सो फर्स्ट क्वेश्चन है what it was, ਇਹ ਕੀ ਸੀਗਾ। ਸੋ ਆਪਾਂ ਐਕਸਪਲੇਨ ਕੀਤਾ ਕਿ ਰੀਸੈਂਟਲੀ ਮਤਲਬ ਰੀਸੈਂਟਲੀ ਮੇਰੇ ਜਿਹੜਾ ਨੈਫਿਊ ਹੈ ਉਹਨੇ ਐਕਸੀਡੈਂਟਲੀ ਤੋੜ ਦਿੱਤਾ ਮੇਰਾ ਪੁਰਾਣਾ ਲੈਪਟਾਪ, ਐਂਡ ਇਸ ਕਰਕੇ ਮੈਨੂੰ ਇੱਕ ਨਵਾਂ ਲੈਪਟਾਪ ਖਰੀਦਣਾ ਪਿਆ। ਆਈ ਟਰਾਈ ਟੂ ਗੈਟ ਇਟ ਫਿਕਸ ਫਸਟ, ਮਤਲਬ ਮੈਂ ਇਹਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ। I went to the authorized service center and asked them to check if they could make it work again. ਮੈਂ ਇੱਕ authorized center ਗਿਆ ਅਤੇ ਮੈਂ ਉਹਨਾਂ ਨੂੰ ਪੁੱਛਿਆ ਜਾਂ ਉਹਨਾਂ ਨੂੰ ਕਿਹਾ ਕਿ ਕੀ ਇਹਨੂੰ ਦੁਬਾਰਾ ਇਹ ਕੰਮ ਕਰ ਸਕਦਾ ਹੈ, ਕਿ ਤੁਸੀਂ ਇਹਨੂੰ ਦੁਬਾਰਾ ਕੰਮ ਕਰਨ ਲਾਇਕ ਬਣਾ ਸਕਦੇ ਹੋ। ਦੇ ਰਿਪਲਾਈਡ, ਉਹਨਾਂ ਨੇ ਕਿਹਾ that its motherboard had become faulty and its replacement was no longer available. ਉਹਨਾਂ ਨੇ ਮੈਨੂੰ ਦੱਸਿਆ ਕਿ ਇਹਦੀ ਮਦਰਬੋਰਡ ਖਰਾਬ ਹੋ ਚੁੱਕੀ ਹੈ ਅਤੇ ਇਹ ਹੁਣ ਇਹਦੀ ਰਿਪਲੇਸਮੈਂਟ ਵੀ ਮਦਰਬੋਰਡ ਦੀ ਅਵੇਲੇਬਲ ਨਹੀਂ ਹੈ। ਸੋ ਆਈ ਹੈਡ ਨੋ ਅਦਰ ਆਪਸ਼ਨ ਬਟ ਟੂ ਬਾਏ ਅ ਨਿਊ ਲੈਪਟਾਪ। ਅਤੇ ਅਦਰ ਆਪਾਂ ਜੇ ਯੂਜ਼ ਨਾ ਕਰੀਏ ਤਾਂ ਵੀ ਠੀਕ ਹੈ। ਸੋ ਆਈ ਹੈਡ ਨੋ ਆਪਸ਼ਨ, ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਕਿਹਨੂੰ ਛੱਡ ਕੇ, ਬਟ ਮਤਲਬ ਐਕਸੈਪਸ਼ਨ ਹੈ ਇੱਥੇ। ਸੋ ਕਿਹਨੂੰ ਛੱਡ ਕੇ, ਇੱਕ ਨਵਾਂ ਲੈਪਟਾਪ ਖਰੀਦਣ ਨੂੰ ਛੱਡ ਕੇ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ। ਸੋ ਨੈਕਸਟ, ਹਾਊ ਮਚ ਡਿਡ ਯੂ ਸਪੈਂਡ ਔਨ ਇਟ। ਸੋ ਇਟ ਕੋਸਟ ਮੀ 70,000 ਰੁਪੀਜ਼। ਇਹਦਾ ਮੈਨੂੰ 70,000 ਦਾ ਸੀ, ਇਹ ਮੈਨੂੰ 70,000 ਦਾ ਪਿਆ। ਆਲਦੋ ਅ ਲੈਪਟਾਪ ਵਿਦ ਸਿਮਿਲਰ ਸਪੈਸੀਫਿਕੇਸ਼ਨ ਵੁੱਡ ਹੈਵ ਕੋਸਟ ਮੀ ਅਬਾਊਟ 35,000। ਹਾਲਾਂਕਿ ਜੇ ਇਸੇ ਤਰ੍ਹਾਂ ਦੀ ਸਪੈਸੀਫਿਕੇਸ਼ਨ ਦਾ ਜੇ ਮੈਂ ਲੈਪਟਾਪ ਖਰੀਦਦਾ ਤਾਂ ਉਹਦਾ ਮੈਨੂੰ 35,000 ਰੁਪਇਆ ਪੈਂਦਾ। ਆਈ ਪੇਡ ਡਬਲ ਦਾ ਪ੍ਰਾਈਸ, ਮੈਂ ਇੱਥੇ ਡਬਲ ਪ੍ਰਾਈਸ ਪੇ ਕੀਤਾ। ਸੋ ਇੱਥੇ ਹਾਲਾਂਕਿ ਜੇ ਮੈਂ ਕਹਾਂ ਆਲਦੋ ਅ ਲੈਪਟਾਪ ਵਿਦ ਸਿਮਿਲਰ ਸਪੈਸੀਫਿਕੇਸ਼ਨ ਵੁੱਡ ਹੈਵ ਕੋਸਟ ਮੀ ਅਬਾਊਟ 35,000 ਅ ਈਅਰ ਅਗੋ। ਹਾਂ, ਮੈਂ ਸਮਝਦਾ ਇੱਥੇ ਮੈਨੂੰ ਲਿਖਣਾ ਚਾਹੀਦਾ ਹੈ ਅ ਈਅਰ ਅਗੋ, ਮਤਲਬ 1 ਸਾਲ ਪਹਿਲਾਂ ਜੇ ਮੈਂ ਇਹ ਜਾਂ 6 ਮਹੀਨੇ ਪਹਿਲਾਂ ਮੈਂ ਜੇ ਇਹ ਖਰੀਦਦਾ ਅਤੇ ਮੈਨੂੰ ਇਹ 35,000 ਦਾ ਪੈਂਦਾ। ਸੋ ਆਈ ਵੁੱਡ ਸੁਜੈਸਟ ਕਿ ਤੁਸੀਂ 35,000 ਤੋਂ ਬਾਅਦ ਐਡ ਕਰੋ ਅ ਈਅਰ ਅਗੋ। ਆਈ ਪੇਡ ਡਬਲ ਦ ਪ੍ਰਾਈਸ, ਮੈਂ ਇੱਥੇ ਡਬਲ ਖਰਚਾ ਕਰਤਾ। ਐਕਚੁਅਲੀ ਦੇਰ ਇਜ਼ ਹਾਈ ਡਿਮਾਂਡ ਆਫ ਲੈਪਟਾਪ ਪੋਸਟ ਕਰੋਨਾ ਪੈਂਡੇਮਿਕ। ਅਸਲ ਦੇ ਵਿੱਚ
ਕਰੋਨਾ ਪੈਂਡੇਮਿਕ ਤੋਂ ਬਾਅਦ ਲੈਪਟਾਪ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਅਤੇ ਇਸ ਕਰਕੇ ਬਿਕੋਜ਼ ਆਫ ਦੈਟ ਦੇਰ ਵਾਜ਼ ਅ ਸਡਨ ਸਰਚ ਇਨ ਦਾ ਪ੍ਰਾਈਸ ਅਤੇ ਉਹਦੀ ਪ੍ਰਾਈਸ ਵਿੱਚ ਬਹੁਤ ਜ਼ਿਆਦਾ ਉੱਚਾ ਚੜ੍ਹਾਅ ਆ ਗਿਆ earlier only the college students were using the computer for studies but after lockdown every school going children started using them ਪਹਿਲਾਂ ਸਿਰਫ ਕਾਲਜ ਸਟੂਡੈਂਟਸ ਇਹਨੂੰ ਯੂਜ਼ ਕਰਦੇ ਸੀ ਬਟ ਲੋਕਡਾਊਨ ਤੋਂ ਬਾਅਦ ਹਰ ਇੱਕ ਬੱਚੇ ਨੇ ਸਕੂਲ ਜਾਣ ਵਾਲੇ ਬੱਚੇ ਨੇ ਵੀ ਇਹਨੂੰ ਯੂਜ਼ ਕਰਨਾ ਸ਼ੁਰੂ ਕਰਤਾ Postponing the purchase was impossible for me as I knew the prices would not come down for at least next 2 years. ਤੇ ਪੋਸਟਪੋਨ ਕਰਨਾ ਪਰਚੇਜ਼ ਨੂੰ ਉਹ ਇੰਪੋਸੀਬਲ ਸੀਗਾ ਮੇਰੇ ਲਈ ਕਿਉਂਕਿ ਮੈਨੂੰ ਪਤਾ ਸੀ ਕਿ ਇਹਦੀ ਜਿਹੜੀ ਪ੍ਰਾਈਸ ਹੈ ਉਹ ਘੱਟੋ ਘੱਟ ਹਾਲੇ 2 ਸਾਲ ਨੀਚੇ ਨਹੀਂ ਆਏਗੀ ਤੇ ਲਾਸਟ ਪੁਆਇੰਟਸ ਹੁਣ ਆਪਾਂ ਐਕਸਪਲੇਨ ਕਰਨੇ ਹੈ why you bought it and explain why you spent more than you expected. So I am pursuing my bachelor's in computer science and I use my laptop a lot. ਮੈਂ ਕੰਪਿਊਟਰ ਸਾਇੰਸ ਦੇ ਵਿੱਚ ਬੈਚਲਰਸ ਕਰ ਰਿਹਾ ਅਤੇ ਮੈਂ ਕਾਫੀ ਲੈਪਟਾਪ ਯੂਜ਼ ਕਰਦਾ ਆਈ ਐਮ ਸੋ ਮਚ ਡਿਪੈਂਡੈਂਟ ਔਨ ਇਟ ਦੈਟ ਆਈ ਕਾਂਟ ਈਵਨ ਥਿੰਕ ਆਫ ਮਾਈ ਸੈਲਫ ਵਿਦਾਊਟ ਅ ਲੈਪਟਾਪ ਮੈਂ ਇਹਦੇ 'ਤੇ ਇੰਨਾ ਨਿਰਭਰ ਹੈਗਾ ਆ ਕਿ ਮੈਂ ਆਪਣੇ ਆਪ ਨੂੰ ਲੈਪਟਾਪ ਤੋਂ ਬਿਨਾਂ ਸੋਚ ਵੀ ਨਹੀਂ ਸਕਦਾ ਇਹਦਾ ਮਤਲਬ ਮੇਰੇ ਕੋਲ ਹਰ ਟਾਈਮ ਲੈਪਟਾਪ ਹੋਣਾ ਚਾਹੀਦਾ ਆਈ ਨੋ ਫॉर ਮੋਸਟ ਪੀਪਲ ਇਟਸ ਦੇ ਮੋਬਾਈਲ ਵਿਚ ਦੇ ਆਰ ਐਡਿਕਟਿਡ ਟੂ ਮੈਂ ਜਾਣਦਾ ਜ਼ਿਆਦਾਤਰ ਲੋਕੀ ਨਾ ਆਪਣੇ ਮੋਬਾਈਲ ਨਾਲ ਅਡਿਕਟਿਡ ਹੁੰਦੇ ਆ ਉਹ ਮੋਬਾਈਲ ਤੋਂ ਬਿਨਾਂ ਨਹੀਂ ਰਹਿ ਸਕਦੇ ਬਟ ਇਨ ਮਾਈ ਕੇਸ ਇਟਸ ਮਾਈ ਲੈਪਟਾਪ ਬਟ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਲਈ ਲੈਪਟਾਪ ਹੈ ਮਤਲਬ ਮੈਂ ਲੈਪਟਾਪ ਤੋਂ ਬਿਨਾਂ ਨਹੀਂ ਲੈ ਸਕਦਾ ਇਨ ਐਡੀਸ਼ਨ ਟੂ ਯੂਜ਼ਿੰਗ ਲੈਪਟਾਪ ਫॉर ਮਾਈ ਕਾਲਜ ਵਰਕ ਆਈ ਲਵ ਗ੍ਰਾਫਿਕ ਡਿਜ਼ਾਈਨਿੰਗ ਸੋ ਇੱਕ ਮੈਂ ਹੋਰ ਪੁਆਇੰਟ ਇੱਥੇ ਦੱਸਿਆ ਕਿ ਆਪਣੇ ਕਾਲਜ ਵਰਕ ਦੇ ਲਈ ਲੈਪਟਾਪ ਯੂਜ਼ ਕਰਨ ਤੋਂ ਇਲਾਵਾ ਸੋ ਲੈਪਟਾਪ ਨੂੰ ਯੂਜ਼ ਕਰਨ ਤੋਂ ਇਲਾਵਾ ਮੈਂ ਗ੍ਰਾਫਿਕ ਡਿਜ਼ਾਈਨਿੰਗ ਵੀ ਬਹੁਤ ਪਸੰਦ ਕਰਦਾ ਇਟਸ ਮਾਈ ਹੌਬੀ ਇਹ ਮੇਰੀ ਹੌਬੀ ਹੈ ਮੇਰੀ ਇਹ 'ਚ ਦਿਲਚਸਪੀ ਹੈ ਆਈ ਸਪੈਂਡ ਆਲਮੋਸਟ ਆਲ ਮਾਈ ਲੈਜਰ ਟਾਈਮ ਕ੍ਰੀਏਟਿੰਗ ਬਿਊਟੀਫੁਲ ਐਂਡ ਇੰਸਪਾਇਰਿੰਗ ਗ੍ਰਾਫਿਕਸ ਔਨ ਮਾਈ ਲੈਪਟਾਪ ਮੈਂ ਆਲਮੋਸਟ ਜਿੰਨਾ ਵੀ ਮੇਰਾ ਫਰੀ ਟਾਈਮ ਹੁੰਦਾ ਮੈਂ ਉਹਨੂੰ ਸੋਹਣੇ ਅਤੇ ਇੰਸਪਾਇਰਿੰਗ ਗ੍ਰਾਫਿਕਸ ਬਣਾਉਣ ਦੇ ਲਈ ਯੂਜ਼ ਕਰਦਾ ਆਪਣੇ ਲੈਪਟਾਪ 'ਤੇ ਦਿਸ ਮੇਕਸ ਮੀ ਫੀਲ ਕ੍ਰੀਏਟਿਵ ਐਂਡ ਅਲਾਈਵ ਇੰਨਾ ਮੈਨੂੰ ਇੱਦਾਂ ਲੱਗਦਾ ਕਿ ਮੈਂ ਅਲਾਈਵ ਹਾਂ ਇੰਨਾ ਮੈਨੂੰ ਲੱਗਦਾ ਕਿ ਮੈਂ ਮੇਰੇ 'ਚ ਬੜੀ ਕ੍ਰੀਏਟਿਵਿਟੀ ਹੈ although I don't like spending more than the actual price for the product in this case as you can see now I was helpless ਹਾਲਾਂਕਿ ਮੈਂ ਕਿਸੇ ਪ੍ਰੋਡਕਟ ਦੇ ਵਿੱਚ ਉਹਦੀ ਐਕਚੁਅਲ ਪ੍ਰਾਈਸ ਨਾਲੋਂ ਜ਼ਿਆਦਾ ਪੇ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਨੂੰ ਪਸੰਦ ਨਹੀਂ ਹੈ ਬਟ ਇਸ ਕੇਸ 'ਚ ਜਿੱਦਾਂ ਕਿ ਹੁਣ ਤੁਸੀਂ ਦੇਖ ਹੀ ਸਕਦੇ ਹੋ ਸੋ ਮੈਂ ਇੱਥੇ ਲਿਖਿਆ ਐਜ਼ ਯੂ ਕੈਨ ਸੀ ਨਾਓ ਜਿੱਦਾਂ ਕਿ ਹੁਣ ਤੁਸੀਂ ਦੇਖ ਹੀ ਸਕਦੇ ਹੋ ਉਹ ਇਸ ਕਰਕੇ ਕਿਉਂਕਿ ਹੁਣ ਉਹ ਸਾਰੀ ਸਿਚੁਏਸ਼ਨ ਮੇਰੀ ਸਮਝ ਚੁੱਕਾ ਹੈ ਅਤੇ ਉਹਨੂੰ ਦੇਖ ਸਕਦਾ ਹੋ ਜਾਂ ਉਹ ਸਮਝ ਸਕਦਾ ਹੈ ਕਿ ਐਜ਼ ਯੂ ਕੈਨ ਸੀ ਨਾਓ ਮਤਲਬ ਹੁਣ ਤੁਸੀਂ ਸਮਝ ਸਕਦੇ ਹੋ ਕਿ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀਗਾ ਆਈ ਵਾਜ਼ ਹੈਲਪਲੈਸ ਮੈਂ ਅਸਹਾਇ ਸੀ ਮੇਰੇ ਕੋਲ ਆਪਸ਼ਨ ਹੀ ਨਹੀਂ ਸੀਗਾ ਕੋਈ ਹੋਰ ਸੋ ਆਈ ਹੈਡ ਟੂ ਪੇ ਮੋਰ ਦੈਨ ਦ ਐਕਸਪੈਕਟਡ ਪ੍ਰਾਈਸ ਤੋਂ ਮੈਨੂੰ ਉਹਦੇ ਉੱਤੇ ਐਕਸਪੈਕਟਡ ਪ੍ਰਾਈਸ ਤੋਂ ਜ਼ਿਆਦਾ ਪੇ ਕਰਨਾ ਹੀ ਪੈਣਾ ਸੀ ਸੋ ਇਹਦੀ ਐਕਸਪਲੇਨੇਸ਼ਨ ਹੈ ਹੁਣ ਆਪਾਂ ਦੇਖ ਲੈਂਦੇ ਹਾਂ ਸੋ ਇੱਥੇ ਕੁਛ ਵਰਡਸ ਹੈ ਜਿਹੜੇ ਕਿ ਤੁਹਾਨੂੰ ਹੈਲਪ ਕਰ ਸਕਦੇ ਹੈ ਕਿ ਤੁਹਾਨੂੰ ਉਹ ਵਧੀਆ ਮਾਰਕਸ ਦੇਣ ਸੋ ਫਸਟ ਵਰਡ ਜਿਹੜਾ ਆਪਾਂ ਸਟਾਰਟ ਹੀ ਕੀਤਾ ਲੇਟਲੀ ਦਾ ਮਤਲਬ ਹੁੰਦਾ ਰੀਸੈਂਟਲੀ ਆਫ ਲੇਟ ਵੀ ਕਹਿ ਸਕਦੇ ਹੋ ਲੇਟਲੀ ਇਹਨਾਂ ਦਾ ਮਤਲਬ ਹੁੰਦਾ ਥੋੜ੍ਹੀ ਦੇਰੀ ਹਲੇ ਹੋਈ ਹੈ ਇਸ ਤਰ੍ਹਾਂ ਅਤੇ ਉਸ ਤੋਂ ਬਾਅਦ ਆਈ ਟਰਾਈਡ ਟੂ ਗੈਟ ਇਟ ਫਿਕਸਡ ਫਸਟ ਇਹਦਾ ਮਤਲਬ ਹੁੰਦਾ ਹੈ ਕਿ ਮੈਂ ਠੀਕ ਨਹੀਂ ਕੀਤਾ ਮੈਂ ਇਹਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਪਹਿਲਾਂ ਮੈਂ ਇਹਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਇਫ ਦੇ ਕੁਡ ਮੇਕ ਇਟ ਵਰਕ ਅਗੇਨ ਜੇ ਮੈਂ ਕਹਾਂ ਇਫ ਦੇ ਕੁਡ ਮੇਕ ਇਟ ਵਰਕ ਅਗੇਨ ਮਤਲਬ ਕਿ ਉਹ ਇਹਨੂੰ ਦੁਬਾਰਾ ਕੰਮ ਕਰਨ ਦੇ ਲਾਇਕ ਬਣਾ ਸਕਦੇ ਆ I had no option but to buy a new laptop. So ਮੇਰੇ ਕੋਲ ਕੋਈ option ਨਹੀਂ ਸੀ ਬਟ ਹੋ ਗਿਆ ਐਕਸੈਪਸ਼ਨ ਇੱਕ ਨਵਾਂ ਲੈਪਟਾਪ ਖਰੀਦਣ ਤੋਂ ਇਲਾਵਾ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਸੋ ਪੋਸਟਪੋਨਿੰਗ ਦਾ ਪਰਚੇਜ਼ ਵਾਜ਼ ਇੰਪੋਸੀਬਲ ਫॉर ਮੀ ਸੋ ਇਸ ਖਰੀਦ ਨੂੰ ਪਰਚੇਜ਼ ਨੂੰ ਪੋਸਟਪੋਨ ਕਰਨਾ ਮੇਰੇ ਲਈ ਇੰਪੋਸੀਬਲ ਸੀਗਾ ਠੀਕ ਹੈ ਇਹ ਵੀ ਇੱਕ ਵਧੀਆ ਲਾਈਨ ਹੈ ਕਿਉਂਕਿ ਉੱਥੇ ਉਹਨੂੰ ਪਤਾ ਸੀ ਕਿ ਕਮ ਡਾਊਨ ਇੱਕ ਫਰੇਜ਼ਲ ਵਰਬ ਹੈ ਕਿ ਪ੍ਰਾਈਜ਼ਸ ਜਿਹੜੇ ਹੈ ਉਹ ਅਗਲੇ 2 ਸਾਲ ਨੀਚੇ ਨਹੀਂ ਆਉਣ ਵਾਲੇ ਸੀ so much dependent on it that so ਮੈਂ ਇੰਨਾ ਡਿਪੈਂਡੈਂਟ ਸੀ ਇਹਦੇ 'ਤੇ ਕਿ ਠੀਕ ਹੈ they are addicted to so ਉਹ ਕਿਸੇ ਚੀਜ਼ ਤੋਂ addicted ਸੀਗੇ so they are addicted to so in this I know for most people it's their mobile phone which they are addicted to so ਮੈਂ ਜਾਣਦਾ ਕਿ ਜ਼ਿਆਦਾਤਰ ਲੋਕਾਂ ਦੇ ਲਈ ਮੋਬਾਈਲ ਫੋਨ ਹੁੰਦਾ ਹੈ ਜਿਹਦੇ ਨਾਲ ਉਹ ਜ਼ਿਆਦਾ addicted ਹੁੰਦੇ ਹੈ ਠੀਕ ਹੈ ਸੋ ਦਿਸ ਮੇਕਸ ਮੀ ਫੀਲ ਕ੍ਰੀਏਟਿਵ ਐਂਡ ਅਲਾਈਵ ਇਹਨਾਂ ਮੈਨੂੰ ਕ੍ਰੀਏਟਿਵ ਅਤੇ ਅਲਾਈਵ ਫੀਲ ਹੁੰਦਾ ਕਿ ਮੈਂ ਜ਼ਿੰਦਾ ਹਾਂ ਅਤੇ ਮੈਂ ਬੜਾ ਕ੍ਰੀਏਟਿਵ ਹਾਂ ਸੋ ਯੂ ਕੈਨ ਸੀ ਨਾਓ ਐਜ਼ ਯੂ ਕੈਨ ਸੀ ਨਾਓ ਸੋ ਐਜ਼ ਯੂ ਕੈਨ ਸੀ ਨਾਓ ਦਾ ਮਤਲਬ ਇਹ ਹੈ ਕਿ ਜਿੱਦਾਂ ਕਿ ਹੁਣ ਤੁਸੀਂ ਸਮਝ ਸਕਦੇ ਹੋ ਸੀ ਨਾਓ ਮਤਲਬ ਯੂ ਕੈਨ ਅੰਡਰਸਟੈਂਡ you can also say as you can understand now but I would suggest you to use this informal term called as you can see now ਠੀਕ ਹੈ ਸੋ ਆਈ ਹੋਪ ਤੁਹਾਨੂੰ ਇਹ ਕਿਊ ਕੱਟ ਕਲੀਅਰ ਹੋ ਗਿਆ ਤੁਹਾਨੂੰ ਇਹ ਸਮਝ ਆਇਆ
ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਆਪਣੀ ਸਪੀਕਿੰਗ ਦੇ ਵਿੱਚ। ਥੈਂਕ ਯੂ। ਸੋ ਜਲਦੀ ਹੀ ਆਪਾਂ ਨੈਕਸਟ ਵੀਡੀਓ ਨਾਲ ਮਿਲਾਂਗੇ ਦੁਬਾਰਾ।